Good morning to all dear students. Students, in the previous videos, we read about two types of operating system, and now we will start third type of operating system, that is distributed operating system. Distributed systems use multiple central processors to serve multiple real-time applications and multiple users. ਜਿਹੜਾ ਡਿਸਟਰੀਬਿਊਟਡ ਸਿਸਟਮ ਆ ਉਹ ਕੀ ਯੂਜ਼ ਕਰਦਾ ਮਲਟੀਪਲ ਸੈਂਟਰਲ ਪ੍ਰੋਸੈਸਰਸ ਯੂਜ਼ ਕਰਦਾ ਵਾ ਕਿਸ ਕੰਮ ਲਈ ਟੂ ਸਰਵ ਮਲਟੀਪਲ ਰੀਅਲ ਟਾਈਮ ਐਪਲੀਕੇਸ਼ਨਸ ਐਂਡ ਮਲਟੀਪਲ ਯੂਜ਼ਰਸ ਕਿ ਜਿੰਨੀਆਂ ਵੀ ਮਤਲਬ ਉਹਨੂੰ ਕਮਾਂਡਸ ਆਈਆਂ ਹੋਈਆਂ ਕੰਮ ਦੀਆਂ ਉਹਨਾਂ ਕੰਮ ਨੂੰ ਕੰਪਲੀਟ ਕਰਨ ਦੇ ਲਈ ਮਲਟੀਪਲ ਜਿਹੜੇ ਸੈਂਟਰਲ ਪ੍ਰੋਸੈਸਰਸ ਨੇ ਉਹ ਯੂਜ਼ ਕੀਤੇ ਜਾਂਦੇ ਨੇ ਡਿਸਟਰੀਬਿਊਟਡ ਆਪਰੇਟਿੰਗ ਸਿਸਟਮ ਦੇ ਦੁਆਰਾ Data processing jobs are distributed among the processors accordingly ਕਿ ਜਿੰਨੀਆਂ ਵੀ ਮਤਲਬ ਜਿਹੜੀਆਂ ਜੌਬਸ ਆ ਮਤਲਬ ਜਿਹੜੇ ਕੰਮ ਆ ਉਹ ਡਿਵਾਈਡ ਕੀਤੇ ਜਾਂਦੇ ਆ ਉਹ ਕਿਹਨਾਂ ਦੇ ਅਕੋਰਡਿੰਗਲੀ ਡਿਵਾਈਡ ਕੀਤੇ ਜਾਂਦੇ ਆ ਮਤਲਬ ਜਿੰਨੇ ਉਹਦੇ ਵਿੱਚ ਪ੍ਰੋਸੈਸਰਸ ਨੇ ਉਹਨਾਂ ਦੇ ਅਕੋਰਡਿੰਗਲੀ ਕਿ ਫੋਰ ਐਗਜ਼ਾਮਪਲ ਜੇ 4 ਪ੍ਰੋਸੈਸਰਸ ਨੇ ਤਾਂ ਉਹਨਾਂ 4 ਪ੍ਰੋਸੈਸਰਸ ਨੂੰ ਜਿਹੜਾ ਜੌਬਸ ਨੇ ਉਹ ਡਿਸਟਰੀਬਿਊਟ ਕੀਤੀਆਂ ਜਾਂਦੀਆਂ ਨੇ ਕੰਮ ਜਿਹੜਾ ਉਹਨਾਂ ਦੇ ਵਿਚਕਾਰ ਡਿਸਟਰੀਬਿਊਟ ਕੀਤਾ ਜਾਂਦਾ ਅਗਰ 4 ਤੋਂ ਅਬਵ ਨੇ ਤਾਂ ਉਸ ਅਕੋਰਡਿੰਗਲੀ ਉਹਨਾਂ ਨੂੰ ਜਿਹੜਾ ਕੰਮ ਆ ਉਹ ਡਿਸਟਰੀਬਿਊਟ ਕੀਤਾ ਜਾਂਦਾ The processors communicate with one another through various communication lines ਕਿ ਜਿੰਨੇ ਵੀ ਇਹਦੇ ਵਿੱਚ ਪ੍ਰੋਸੈਸਰਸ ਯੂਜ਼ ਕੀਤੇ ਜਾਂਦੇ ਆ ਉਹ ਸਾਰੇ ਪ੍ਰੋਸੈਸਰਸ ਮਤਲਬ ਆਪਸ ਦੇ ਵਿੱਚ ਕਮਿਊਨੀਕੇਟ ਕਰਦੇ ਇੱਕ ਦੂਸਰੇ ਦੇ ਨਾਲ ਕਿ ਬਹੁਤ ਸਾਰੀਆਂ ਜਿਹੜੀਆਂ ਕਮਿਊਨੀਕੇਸ਼ਨ ਲਾਈਨਸ ਆ ਜਿਵੇਂ ਕਿ ਹਾਈ ਸਪੀਡ ਬੱਸਿਸ ਜਾਂ ਟੈਲੀਫੋਨ ਲਾਈਨਸ ਜਿਹੜੀਆਂ ਇਹਨਾਂ ਦੇ ਥਰੂ ਕਮਿਊਨੀਕੇਟ ਕਰਦੇ ਆ These are referred as loosely coupled system or distributed systems. Processors in a distributed system may vary in size and functions ਕਿ ਜਿੰਨੇ ਵੀ ਜਿਹੜੇ ਪ੍ਰੋਸੈਸਰਸ ਯੂਜ਼ ਕੀਤੇ ਜਾਂਦੇ ਨੇ ਮਤਲਬ ਉਹਨਾਂ ਦੇ ਜਿਹੜੇ ਸਾਈਜ਼ ਅਤੇ ਜਿਹੜੇ ਉਹਨਾਂ ਦੇ ਫੰਕਸ਼ਨਸ ਨੇ ਉਹ ਇੱਕ ਦੂਸਰੇ ਤੋਂ ਡਿਫਰੈਂਟ ਹੁੰਦੇ ਨੇ These processors are referred as sites, nodes, computers and so on ਕਿ ਜਿਹੜੇ ਪ੍ਰੋਸੈਸਰਸ ਨੇ ਮਤਲਬ ਇਹਦੇ ਵਿੱਚ ਕਿ ਜਿਹੜੀਆਂ ਕੋਈ ਸਾਈਟਸ ਯੂਜ਼ ਕੀਤੀਆਂ ਜਾਂਦੀਆਂ ਉਹ ਹੋ ਸਕਦੀਆਂ ਜਾਂ ਜਿਹੜੇ ਨੋਡਸ ਨੇ ਜਾਂ ਕੰਪਿਊਟਰਸ ਨੇ ਮਤਲਬ ਇਹ ਪ੍ਰੋਸੈਸਰਸ ਵੱਖੋ ਵੱਖਰੇ ਹੋ ਸਕਦੇ ਆ ਦੀ ਐਡਵਾਂਟੇਜਸ ਆਫ ਡਿਸਟਰੀਬਿਊਟਡ ਸਿਸਟਮਸ ਫਸਟ ਇਜ਼ ਵਿਦ ਰਿਸੋਰਸਿਸ ਸ਼ੇਅਰਿੰਗ ਫੈਸਿਲਿਟੀ ਕਿ ਜਿਹੜੇ ਰਿਸੋਰਸ ਨੇ ਮਤਲਬ ਉਹਨਾਂ ਨੂੰ ਆਪਸ ਦੇ ਵਿੱਚ ਸ਼ੇਅਰ ਕਰ ਸਕਦੇ ਨੇ ਆ ਯੂਜ਼ਰ ਐਟ ਵਨ ਸਾਈਟ may be able to use the resources available at another ਕਿ ਜਿਹੜਾ ਯੂਜ਼ਰ ਆ ਜੇ ਕਿਸੇ ਹੋਰ ਸਾਈਟ 'ਤੇ ਵੀ ਮਤਲਬ ਕੋਈ ਜਿਹੜਾ ਰਿਸੋਰਸ ਫਰੀ ਆ ਜਾਂ ਜਿਹੜਾ ਉਹਨਾਂ ਨੇ ਯੂਜ਼ ਕਰਨਾ ਵਾ ਅਵੇਲੇਬਲ ਹੈਗਾ ਵਾ ਤਾਂ ਉਹ ਯੂਜ਼ਰ ਜਿਹੜਾ ਉਹਨੂੰ ਯੂਜ਼ ਕਰ ਸਕਦਾ ਕਿਸੇ ਹੋਰ ਸਾਈਟ ਤੋਂ ਵੀ ਸਪੀਡ ਅਪ ਦੀ ਐਕਸਚੇਂਜ ਆਫ ਡੇਟਾ ਵਿਦ ਵਨ ਅਨਦਰ ਵਾਇਆ ਇਲੈਕਟ੍ਰੋਨਿਕ ਮੇਲ ਕਿ ਜਿਹੜਾ ਮਤਲਬ ਡਾਟਾ ਵਾ ਜਿਹੜਾ ਡਾਟਾ ਨੂੰ ਐਕਸਚੇਂਜ ਕੀਤਾ ਜਾਂਦਾ ਮਤਲਬ ਉਹਦੀ ਸਪੀਡ ਵੀ ਜਿਹੜੀ ਵਧੀਆ ਵਾ ਅਤੇ ਜਿਹੜਾ ਕੀਤਾ ਜਾਂਦਾ ਵਾ ਡਾਟਾ ਨੂੰ ਐਕਸਚੇਂਜ ਕੀਤਾ ਜਾਂਦਾ ਵਾ ਉਹ ਕਾਹਦੇ ਥਰੂ ਕੀਤਾ ਜਾਂਦਾ ਇਲੈਕਟ੍ਰੋਨਿਕ ਮੇਲ ਦੇ ਥਰੂ ਥਰਡ ਇਜ਼ if one site fails in a distributed system the remaining sites can potentially continue operating ਕਿ ਅਗਰ ਇੱਕ ਸਾਈਟ ਜਿਹੜੀ ਆ ਉਹ ਕੰਮ ਕਰਨਾ ਬੰਦ ਕਰ ਦਿੰਦੀ ਆ ਡਿਸਟਰੀਬਿਊਟਡ ਸਿਸਟਮ ਦੇ ਵਿੱਚ ਤਾਂ ਜਿੰਨੀਆਂ ਬਾਕੀ ਸਾਈਟਸ ਨੇ ਉਹ ਆਪਣਾ ਜਿਹੜਾ ਕੰਮ ਆ ਆਪਰੇਟ ਆ ਉਹ ਕੰਟੀਨਿਊ ਕਰਦੀਆਂ ਵਾ ਬੈਟਰ ਸਰਵਿਸਿਜ਼ ਟੂ ਦਾ ਕਸਟਮਰਸ ਕਿ ਜਿੰਨੀਆਂ ਵੀ ਆਪਣੇ ਮਤਲਬ ਕਸਟਮਰਸ ਨੇ ਜਾਂ ਜਿਹੜੇ ਯੂਜ਼ਰਸ ਨੇ ਉਹਨਾਂ ਨੂੰ ਸਰਵਿਸ ਜਿਹੜੀ ਆ ਉਹ ਕੀ ਦਿੱਤੀ ਜਾਂਦੀ ਆ ਬੈਟਰ ਪ੍ਰੋਵਾਈਡ ਕੀਤੀ ਜਾਂਦੀ ਆ ਰਿਡਕਸ਼ਨ ਆਫ ਦੀ ਲੋਡ ਔਨ ਦਾ ਹੋਸਟ ਕੰਪਿਊਟਰ ਕਿਉਂਕਿ ਜਿਹੜਾ ਕੰਮ ਆ ਉਹ ਆਪਸ ਦੇ ਜਿਹੜੇ ਕੰਪਿਊਟਰਸ ਨੇ ਜਿੰਨੇ ਵੀ ਮਤਲਬ ਉਹਦੇ ਨਾਲ ਦੇ ਮਲਟੀਪਲ ਪ੍ਰੋਸੈਸਰਸ ਨੇ ਉਹਨਾਂ ਦੇ ਵਿੱਚ ਡਿਸਟਰੀਬਿਊਟ ਹੋ ਜਾਂਦਾ ਵਾ ਤਾਂ ਜਿਹੜਾ ਹੋਸਟ ਕੰਪਿਊਟਰ ਆ ਮੇਨ ਕੰਪਿਊਟਰ ਆ ਉਹਦਾ ਜਿਹੜਾ ਮਤਲਬ ਉਹਦੀ ਜਿਹੜੀ ਲੋਡ ਆ ਉਹਦੇ ਵਰਕ ਦਾ ਲੋਡ ਉਹ ਕੀ ਆ ਘੱਟ ਜਾਂਦਾ ਵਾ ਰਿਡਕਸ਼ਨਸ ਆਫ ਡਿਲੇ ਇਨ ਡਾਟਾ ਪ੍ਰੋਸੈਸਿੰਗਸ ਕਿ ਜਿਹੜੀ ਮਤਲਬ ਕੰਮ ਦੀ ਜਿਹੜੀ ਡਿਲੇ ਆ ਮਤਲਬ ਉਹ ਵੀ ਕੀ ਆ ਘੱਟ ਜਾਂਦੀ ਆ ਕਿਉਂਕਿ ਕੰਮ ਕਰਨ ਦੇ ਜਿਹੜੇ ਮਲਟੀਪਲ ਪ੍ਰੋਸੈਸਰਸ ਨੇ ਤਾਂ ਉਹ ਆਪਣਾ ਜਿਹੜਾ ਵੱਖੋ ਵੱਖਰਾ ਜਿਹੜਾ ਵਰਕ ਆ ਉਹਨੂੰ ਪਰਫੋਰਮ ਕਰਦੇ ਆ So next is network operating system. A network operating system runs on server and provides the server the capability to manage data, users, groups, security, applications and other networking functions. ਕਿ ਜਿਹੜਾ ਨੈਟਵਰਕ ਆਪਰੇਟਿੰਗ ਸਿਸਟਮ ਆ ਉਹ ਕਾਹਦੇ 'ਤੇ ਰਨ ਹੁੰਦਾ ਚੱਲਦਾ ਵਾ ਸਰਵਰ 'ਤੇ ਅਤੇ ਐਜ਼ ਵੈਲ ਐਜ਼ ਨਾਲ ਕੀ ਪ੍ਰੋਵਾਈਡਸ ਕੀਤੀਆਂ ਜਾਂਦੀਆਂ ਮਤਲਬ ਜਿਹੜੀ ਕੈਪੇਬਿਲਿਟੀ ਆ ਕਿਸ ਚੀਜ਼ ਨੂੰ ਡਾਟਾ ਨੂੰ ਮੈਨੇਜ ਕਰਨ ਦੀ
ਯੂਜ਼ਰਸ ਨੂੰ ਹੈਂਡਲ ਕਰਨ ਦੀ, ਜਾਂ ਜਿੰਨੇ ਵੀ ਉਹਦੇ ਵਿੱਚ ਨੈਟਵਰਕਿੰਗ ਆ ਤਾਂ ਨੈਟਵਰਕਿੰਗ ਦੇ ਵਿੱਚ ਜਿਹੜੇ ਗਰੁੱਪਸ ਆ ਉਹ ਹੋਣਗੇ। ਸਿਕਿਉਰਿਟੀ ਐਪਲੀਕੇਸ਼ਨਸ ਜਿੰਨੇ ਉਹਦੇ ਨਾਲ ਵਰਕ ਕੰਮ ਕਰਦੇ ਪਏ ਆ ਹੋਰ, ਐਂਡ ਅਦਰ ਨੈਟਵਰਕਿੰਗ ਫੰਕਸ਼ਨਸ ਵੀ ਜਿੰਨੇ ਵੀ ਉਹਦੇ ਹੋਰ ਜਿਹੜੇ ਨੈਟਵਰਕਿੰਗ ਫੰਕਸ਼ਨਸ ਚੱਲਦੇ ਆ, ਮਤਲਬ ਉਹਨਾਂ ਸਾਰਿਆਂ ਨੂੰ ਮੈਨੇਜ ਕਰਨ ਦੀ ਵੀ ਕੀ ਆ ਨਾਲ ਦੀ ਨਾਲ ਕੈਪੇਬਿਲਿਟੀ ਵੀ ਪ੍ਰੋਵਾਈਡ ਕੀਤੀ ਜਾਂਦੀ ਆ। The primary purpose of the network operating system is to allow shared file and printer access among multiple computers in a network। ਕਿ ਜਿਹੜਾ ਮੇਨ ਪਰਪਸ ਆ ਨੈਟਵਰਕ ਆਪਰੇਟਿੰਗ ਸਿਸਟਮ ਦਾ ਉਹ ਕੀ ਆ ਕਿ ਜਿੰਨੀਆਂ ਵੀ ਕੋਈ ਫਾਈਲਸ ਨੇ ਜਾਂ ਪ੍ਰਿੰਟਰਸ ਨੇ, ਮਤਲਬ ਉਹਨਾਂ ਨੂੰ ਕੀ ਕਰਨਾ, ਸ਼ੇਅਰਡ ਕਰਨਾ ਬਹੁਤ ਸਾਰੇ ਕੰਪਿਊਟਰਸ ਦੇ ਵਿਚਕਾਰ, ਅਮੰਗ ਮਲਟੀਪਲ ਕੰਪਿਊਟਰਸ ਇਨ ਆ ਨੈਟਵਰਕ। Typically a local area network, a private network or to other networks। ਕਿ ਜਿਵੇਂ ਅਸੀਂ ਲੈਨ ਕਹਿੰਦੇ ਆ ਕਿ ਲੋਕਲ ਏਰੀਆ ਨੈਟਵਰਕ ਆ, ਇਹਦੇ ਵਿੱਚ ਮਤਲਬ ਅਸੀਂ ਜਿਹੜੇ ਪ੍ਰਿੰਟਰਸ ਨੇ ਜਾਂ ਕੋਈ ਹੋਰ ਜਿਹੜੀਆਂ ਫਾਈਲਸ ਨੇ ਉਹਨਾਂ ਨੂੰ ਆਪਸ ਦੇ ਵਿੱਚ ਸ਼ੇਅਰ ਕਰ ਸਕਦੇ ਹਾਂ, ਜਾਂ ਜਿੰਨੇ ਹੋਰ ਨੈਟਵਰਕਿੰਗ ਦੇ ਥਰੂ ਜਿਹੜੇ ਕੰਪਿਊਟਰਸ ਕੰਮ ਕਰਦੇ ਨੇ ਤਾਂ ਉਹਨਾਂ ਦੇ ਵਿੱਚ ਜਿਹੜੇ ਮਤਲਬ ਫਾਈਲਸ ਨੇ ਜਾਂ ਕੋਈ ਵੀ ਪ੍ਰਿੰਟਰਸ ਵਗੈਰਾ ਜਾਂ ਸਕੈਨਰ ਆ, ਮਤਲਬ ਇਹਨਾਂ ਨੂੰ ਸ਼ੇਅਰ ਕੀਤਾ ਜਾ ਸਕਦਾ ਵਾ। ਐਗਜ਼ਾਮਪਲਸ ਆਫ ਨੈਟਵਰਕ ਆਪਰੇਟਿੰਗ ਸਿਸਟਮਸ ਇਨਕਲੂਡ ਮਾਈਕਰੋਸਾਫਟ ਵਿੰਡੋਜ਼ ਸਰਵਰ 2003, ਮਾਈਕਰੋਸਾਫਟ ਵਿੰਡੋਜ਼ ਸਰਵਰ 2008, ਯੂਨਿਕਸ, ਲਾਈਨੈਕਸ, ਮੈਕ ਆਪਰੇਟਿੰਗ ਸਿਸਟਮ ਐਕਸ, ਨੋਵਲ, ਨੈਟਵੇਅਰ ਐਂਡ BSD। Next is the advantages of network operating system are as follows। First is centralized servers are highly stable। ਕਿ ਇਹਦੇ ਵਿੱਚ ਕੀ ਆ, ਨੈਟਵਰਕਿੰਗ ਦੇ ਵਿੱਚ ਕੀ ਜਿਹੜਾ ਡਾਟਾ ਕੀ ਹੁੰਦਾ ਵਾ, ਮਤਲਬ ਜਿਹੜੇ ਸਰਵਰਸ ਕੰਮ ਕਰਦੇ ਨੇ ਉਹ ਕੀ ਆ, ਸੈਂਟਰਲਾਈਜ਼ਡ ਨੇ। ਕਿ ਇੱਕ ਮੇਨ ਜਿਹੜਾ ਕੰਪਿਊਟਰ ਆ ਜਿਹਦੇ ਨਾਲ ਸਾਰੇ ਕੰਪਿਊਟਰਸ ਆਪਸ ਦੇ ਵਿੱਚ ਜਿਹੜੇ ਨੋਡਸ ਨੇ ਉਹ ਅਟੈਚ ਨੇ। ਸਿਕਿਉਰਿਟੀ ਇਜ਼ ਸਰਵਰ ਮੈਨੇਜਡ। ਕਿ ਜਿਹੜੀ ਸਿਕਿਉਰਿਟੀ ਆ ਉਹ ਕਿਹਦੇ ਦੁਆਰਾ ਮੈਨੇਜ ਕੀਤੀ ਜਾਂਦੀ ਆ, ਸਰਵਰ ਦੇ ਥਰੂ। ਜਿਵੇਂ ਅਸੀਂ ਪਹਿਲਾਂ ਹੀ ਪੜ੍ਹ ਕੇ ਗਏ ਹਾਂ ਕਿ ਉਹ ਨਾਲ ਦੀ ਨਾਲ ਸਿਕਿਉਰਿਟੀ ਵੀ ਪ੍ਰੋਵਾਈਡ ਕਰਦਾ ਵਾ। Third is upgrades to new technologies and hardware can be easily integrated into the system। ਕਿ ਨੈਟਵਰਕਿੰਗ ਦੇ ਵਿੱਚ ਆ ਤਾਂ ਓਬਵੀਅਸਲੀ ਜਿੰਨੀਆਂ ਵੀ ਕੋਈ ਨਿਊ ਟੈਕਨੋਲੋਜੀਜ਼ ਆ ਜਾਂ ਜਿਹੜੇ ਹਾਰਡਵੇਅਰਸ ਨੇ ਉਹਨਾਂ ਨੂੰ ਕੀ ਕੀਤਾ ਜਾਂਦਾ ਇਹਦੇ 'ਚ, ਮਤਲਬ ਈਜ਼ਲੀ ਅਪਗ੍ਰੇਡਸ ਕੀਤੀਆਂ ਜਾਂਦੀਆਂ ਵਾ ਤਾਂ ਕਿ ਜਿਹੜਾ ਵਰਕ ਆ ਉਹ ਵਧੀਆ ਪਰਫੋਰਮ ਹੋਵੇ। ਲਾਸਟ ਇਜ਼ ਰਿਮੋਟ ਐਕਸੈਸ ਟੂ ਸਰਵਰਸ ਇਜ਼ ਪੋਸੀਬਲ ਫਰੋਮ ਡਿਫਰੈਂਟ ਲੋਕੇਸ਼ਨਸ ਐਂਡ ਟਾਈਪਸ ਆਫ ਸਿਸਟਮ। ਕਿਹੜੀ ਰਿਮੋਟ ਦੇ ਨਾਲ ਮਤਲਬ ਐਕਸੈਸ ਆ ਅਸੀਂ ਉਹ ਕਰ ਸਕਦੇ ਹਾਂ ਇਹਦੇ ਵਿੱਚ, ਕਿ ਚਾਹੇ ਡਿਫਰੈਂਟ ਲੋਕੇਸ਼ਨਸ ਤੋਂ ਹੋਵੇ ਜਾਂ ਜਿਹੜੇ ਡਿਫਰੈਂਟ ਟਾਈਪਸ ਦੇ ਜਿਹੜੇ ਸਿਸਟਮਸ ਨੇ ਉਹਨਾਂ 'ਤੇ ਹੋਵੇ। ਸੋ ਐਡਵਾਂਟੇਜਸ ਦੇ ਨਾਲ ਹੀ ਉਹਦੀਆਂ ਨੈਕਸਟ ਕੀ ਨੇ ਸਾਡੇ ਕੋਲ, ਡਿਸਐਡਵਾਂਟੇਜਸ। ਦਾ ਡਿਸਐਡਵਾਂਟੇਜਸ ਕੀ ਨੇ, ਫਸਟ ਇਜ਼ ਹਾਈ ਕਾਸਟ ਆਫ ਬਾਇੰਗ ਐਂਡ ਰਨਿੰਗ ਔਨ ਅ ਸਰਵਰ। ਕਿ ਨੈਟਵਰਕਿੰਗ ਹੈ ਤਾਂ ਓਬਵੀਅਸਲੀ ਜਿਹੜੀ ਉਹਦੀ ਕਾਸਟ ਆ ਉਹ ਵੀ ਕੀ ਹੋਏਗੀ, ਜ਼ਿਆਦਾ ਹੋਊਗੀ। ਹਾਈ ਕਾਸਟ ਆ ਜਦੋਂ ਉਹਨੂੰ ਆਪਾਂ ਖਰੀਦਣਾ, ਬਾਈ ਕਰਨਾ, ਜਾਂ ਜਦੋਂ ਵੀ ਸਰਵਰ 'ਤੇ ਅਸੀਂ ਉਹਨੂੰ ਰਨ ਕਰਦੇ ਹਾਂ, ਚਲਾਉਂਦੇ ਹਾਂ। ਸੈਕਿੰਡ ਇਜ਼ ਡਿਪੈਂਡੈਂਸੀ ਔਨ ਆ ਸੈਂਟਰਲ ਲੋਕੇਸ਼ਨ, ਮਤਲਬ ਕਿ ਸਰਵਰ ਫॉर ਮੋਸਟ ਆਪਰੇਸ਼ਨਸ। ਕਿਉਂਕਿ ਅਸੀਂ ਫਸਟ ਐਡਵਾਂਟੇਜਸ ਦੇ ਵਿੱਚ ਹੀ ਰੀਡ ਕੀਤਾ ਸੀ ਕਿ ਸੈਂਟਰਲਾਈਜ਼ਡ ਆ, ਤਾਂ ਇਹਦੇ ਵਿੱਚ ਕੀ ਆ ਗਿਆ ਕਿ ਡਿਸਐਡਵਾਂਟੇਜਸ ਉਹਦੀ ਕੀ ਬਣ ਗਈ ਕਿ ਉਹ ਇੱਕ ਜਿਹੜਾ ਸੈਂਟਰਲ ਪੁਆਇੰਟ ਆ, ਮਤਲਬ ਸੈਂਟਰਲ ਲੋਕੇਸ਼ਨ ਆ ਜਾਂ ਇੱਕ ਸੈਂਟਰਲ ਸਰਵਰ ਆ, ਕਿ ਉਹਦੇ 'ਤੇ ਸਾਰੀ ਡਿਪੈਂਡੈਂਸੀ ਹੋ ਗਈ ਕਿ ਜਿੰਨੇ ਵੀ ਨਾਲ ਦੇ ਉਹਦੇ ਨੋਡਸ ਨੇ ਉਹ ਸਾਰੇ ਕਿਹਦੇ 'ਤੇ ਡਿਪੈਂਡ ਕਰਦੇ ਨੇ, ਜਿਹੜਾ ਇੱਕ ਮੇਨ ਸੈਂਟਰਲ ਸਰਵਰ ਹੈ। ਥਰਡ ਇਜ਼ ਰੈਗੂਲਰ ਮੇਨਟੇਨੈਂਸ ਐਂਡ ਅਪਡੇਟਸ ਆਰ ਰਿਕੁਆਇਰਡ। ਕਿ ਜਿੰਨੀਆਂ ਵੀ ਮਤਲਬ ਡਾਟਾ ਨੂੰ ਮੇਨਟੇਨ ਕਰਨਾ ਜਾਂ ਨਿਊ ਜਿਹੜੇ ਵਰਜ਼ਨਸ ਆਉਂਦੇ ਨੇ ਉਹਨਾਂ ਦੀਆਂ ਅਪਡੇਟਸ ਕਰਨੀਆਂ ਤਾਂ ਉਹ ਵੀ ਕੀ ਆ, ਇਹਦੀਆਂ ਰਿਕੁਆਇਰਡ ਆ, ਜਿਹੜੀਆਂ ਕੀ ਆ ਮਤਲਬ ਇੰਨੀ ਜਲਦੀ ਪੋਸੀਬਲ ਨਹੀਂ ਹੋ ਸਕਦੀਆਂ। ਸੋ ਇਹ ਹੈਗੀਆਂ ਸਾਡੇ ਕੋਲ ਨੈਟਵਰਕ ਆਪਰੇਟਿੰਗ ਸਿਸਟਮ ਦੀਆਂ ਡਿਸਐਡਵਾਂਟੇਜਸ। ਨਾਓ ਲਾਸਟ ਟਾਈਪ ਇਜ਼ ਰੀਅਲ ਟਾਈਮ ਆਪਰੇਟਿੰਗ ਸਿਸਟਮ। A real-time system is defined as a data processing system। ਕਿ ਜਿਹੜੀ ਰੀਅਲ ਟਾਈਮ ਸਿਸਟਮ ਆ ਮਤਲਬ ਉਹਨੂੰ ਕਿਵੇਂ ਡਿਫਾਈਨ ਕਰਦੇ ਹਾਂ ਆਪਾਂ, ਕੀ ਕਹਿ ਸਕਦੇ ਹਾਂ, ਇੱਕ ਡਾਟਾ ਪ੍ਰੋਸੈਸਿੰਗ ਸਿਸਟਮ ਇਨ ਵਿਚ ਦੀ ਟਾਈਮ ਇੰਟਰਵਲ ਰਿਕੁਆਇਰਡ ਟੂ ਪ੍ਰੋਸੈਸ ਐਂਡ ਰਿਸਪੌਂਡ ਟੂ ਇਨਪੁਟਸ। ਕਿ ਇਸ ਸਿਸਟਮ ਦੇ ਵਿੱਚ ਕੀ ਆ ਕਿ ਟਾਈਮ ਜਿਹੜਾ ਵਾ ਟਾਈਮ ਇੰਟਰਵਲ ਦੀ ਰਿਕੁਆਇਰਡ ਆ ਜਦੋਂ ਵੀ ਕੋਈ ਡਾਟਾ ਜਿਹੜਾ ਪ੍ਰੋਸੈਸ ਹੋਣਾ ਵਾ ਜਾਂ ਜਿੰਨੀਆਂ ਵੀ ਅਸੀਂ ਜਿਹੜੀਆਂ ਇਨਪੁਟਸ ਆ ਉਹਨਾਂ ਨੂੰ ਰਿਸਪੌਂਡ ਦੇਣਾ ਵਾ, ਮਤਲਬ ਉਹਨਾਂ ਨੂੰ ਅਸੀਂ ਐਗਜ਼ੀਕਿਊਟ ਕਰਨਾ ਵਾ।
ਤਾਂ ਇਹਦੇ ਵਿੱਚ ਕੀ ਆ ਕਿ ਜਿਹੜੀ ਕੋਈ ਜਿੰਨੀਆਂ ਵੀ ਮਤਲਬ ਉਹਨੂੰ ਕਮਾਂਡਸ ਆ ਜਾਂਦੀਆਂ ਉਹਨਾਂ ਨੂੰ ਜਿਹੜਾ ਟਾਈਮ ਆ ਉਹ ਇੰਟਰਵਲਸ ਦੇ ਵਿੱਚ ਜਿਹੜਾ ਵੰਡ ਦਿੱਤਾ ਜਾਂਦਾ ਵਾ। ਦੈਨ ਉਹਦੀ ਪ੍ਰੋਸੈਸਿੰਗ ਹੁੰਦੀ ਆ ਇਜ਼ ਸੋ ਸਮਾਲ ਦੈਟ ਇਟ ਕੰਟਰੋਲਸ ਦਾ ਇਨਵਾਇਰਮੈਂਟ। ਕਿ ਇਹਦੇ ਵਿੱਚ ਕੀ ਆ ਕਿ ਜਿੰਨਾ ਵੀ ਇਹ ਪੂਰਾ ਇਨਵਾਇਰਮੈਂਟ ਆ, ਜਿੰਨੀਆਂ ਐਗਜ਼ੀਕਿਊਸ਼ਨਸ ਜਾਂ ਜਿੰਨੀਆਂ ਉਹਨੂੰ ਕਮਾਂਡਸ ਜਿਹੜੀਆਂ ਆਈਆਂ ਹੋਈਆਂ ਇਨਪੁਟਸ, ਉਹਨਾਂ ਨੂੰ ਟਰਨ ਬਾਏ ਟਰਨ ਜਿਹੜਾ ਮਤਲਬ ਇਹ ਚਲਾਉਂਦਾ ਵਾ, ਜਿੰਨਾ ਜਿੰਨਾ ਉਹਨਾਂ ਦਾ ਜਿਹੜਾ ਟਾਈਮ ਆ ਉਹ ਫਿਕਸ ਕੀਤਾ ਹੁੰਦਾ। The time taken by the system to respond to an input and display of required updated information is termed as the response time। ਕੀ ਕਹਿੰਦੇ ਆ ਵੀ ਜਿਹੜਾ ਟਾਈਮ ਆ ਜਿਹੜਾ ਸਿਸਟਮ ਦੇ ਦੁਆਰਾ ਲਿਆ ਜਾਂਦਾ ਵਾ, ਦਾ ਟਾਈਮ ਟੇਕਨ ਬਾਈ ਦਾ ਸਿਸਟਮ, ਕਿ ਜਿਹੜਾ ਟਾਈਮ ਸਿਸਟਮ ਦੇ ਦੁਆਰਾ ਲਿਆ ਜਾਂਦਾ ਕਾਹਦੇ ਵਾਸਤੇ, ਟੂ ਰਿਸਪੌਂਡ ਟੂ ਐਨ ਇਨਪੁਟ, ਕਿ ਜਿਹੜੀ ਵੀ ਕੋਈ ਇਨਪੁਟ ਆਈ ਆ ਉਹਨੂੰ ਰਿਸਪੌਂਡ ਕਰਨ ਦੇ ਲਈ, ਐਂਡ ਡਿਸਪਲੇ ਆਫ ਰਿਕੁਆਇਰਡ ਅਪਡੇਟਡ ਇਨਫੋਰਮੇਸ਼ਨ, ਕਿ ਜੋ ਵੀ ਇਨਫੋਰਮੇਸ਼ਨ ਇਨਪੁਟ ਤੋਂ ਬਾਅਦ ਜਿਹੜੀ ਡਿਸਪਲੇ ਕਰਨੀ ਆ ਮਤਲਬ ਆਊਟਪੁੱਟ ਦੇਣੀ ਆ, ਉਹ ਜਿੰਨਾ ਵੀ ਉਹਨੂੰ ਟਾਈਮ ਲੱਗਦਾ ਵਾ ਉਸ ਚੀਜ਼ ਨੂੰ ਕੀ ਬੋਲਿਆ ਜਾਂਦਾ, ਰਿਸਪੌਂਸ ਟਾਈਮ। So in this method the response time is very less as compared to online processing। ਕਿ online processing ਦੇ ਜਿਹੜੇ ਮੁਕਾਬਲੇ ਜੇ ਅਸੀਂ ਉਹਨਾਂ ਦੋਨਾਂ ਦਾ ਕੰਪੈਰੀਜ਼ਨ ਕਰੀਏ ਤਾਂ ਜਿਹੜਾ ਰੀਅਲ ਟਾਈਮ ਆਪਰੇਟਿੰਗ ਸਿਸਟਮ ਆ ਇਹਦੇ ਵਿੱਚ ਕੀ ਆ, ਜਿਹੜਾ ਰਿਸਪੌਂਸ ਟਾਈਮ ਆ ਉਹ ਕੀ ਹੁੰਦਾ, ਬਹੁਤ ਹੀ ਘੱਟ ਹੁੰਦਾ ਵਾ। Real time systems are used when there are rigid time requirements on the operation of a processor or flow of data। ਕਿਹੜਾ ਰੀਅਲ ਟਾਈਮ ਸਿਸਟਮ ਆ ਕਦੋਂ ਯੂਜ਼ ਕੀਤਾ ਜਾਂਦਾ ਵਾ, ਵੈਨ ਦੇਰ ਆਰ ਰਿਗਿਡ ਟਾਈਮ ਰਿਕੁਆਇਰਮੈਂਟਸ। ਰਿਗਿਡ ਦਾ ਮਤਲਬ ਅਸੀਂ ਕਹਿ ਸਕਦੇ ਹਾਂ ਫਿਕਸਡ, ਕਿ ਜਦੋਂ ਜਿਹੜੀਆਂ ਟਾਈਮ ਰਿਕੁਆਇਰਮੈਂਟਸ ਆ ਮਤਲਬ ਟਾਈਮ ਜਿਹੜਾ ਵਾ ਉਹ ਰਿਕੁਆਇਰਮੈਂਟਸ ਦੇ ਅਕੋਰਡਿੰਗਲੀ ਕੀ ਕੀਤਾ ਜਾਂਦਾ ਵਾ, ਫਿਕਸਡ ਕੀਤਾ ਜਾਂਦਾ ਵਾ ਕਿਸੇ ਵੀ ਆਪਰੇਸ਼ਨ ਦੇ ਲਈ। ਟਾਈਮ ਰਿਕੁਆਇਰਮੈਂਟਸ ਔਨ ਦਾ ਆਪਰੇਸ਼ਨ ਆਫ ਆ ਪ੍ਰੋਸੈਸਰ ਔਰ ਫਲੋ ਆਫ ਡੇਟਾ, ਕਿ ਜਾਂ ਡਾਟਾ ਦੇ ਫਲੋ ਵਾਸਤੇ ਜਾਂ ਮਤਲਬ ਜਿੰਨੇ ਵੀ ਸਾਡੇ ਕੋਲ ਇਨਪੁਟਸ ਆਈਆਂ ਵਾ ਉਹਨਾਂ ਦਾ ਜਿਹੜਾ ਆਪਰੇਸ਼ਨ ਮਤਲਬ ਜਿਹੜੀਆਂ ਕਮਾਂਡਸ ਜਿਹੜੀਆਂ ਉਹਨਾਂ ਨੂੰ ਸੋਲਵ ਕਰਨਾ ਵਾ ਉਹਦੇ ਵਾਸਤੇ। ਆ ਰੀਅਲ ਟਾਈਮ ਆਪਰੇਟਿੰਗ ਸਿਸਟਮ ਮਸਟ ਹੈਵ ਵੈਲ ਡਿਫਾਈਨਡ ਫਿਕਸਡ ਟਾਈਮ ਕੰਸਨਟਰੇਟਸ ਅਦਰਵਾਈਜ਼ ਦਾ ਸਿਸਟਮ ਵਿਲ ਫੇਲ। ਕਿ ਜਿਹੜਾ ਰੀਅਲ ਟਾਈਮ ਆਪਰੇਟਿੰਗ ਸਿਸਟਮ ਆ ਇਹਦੇ ਕੀ ਆ ਮਤਲਬ ਇੱਕ ਫਿਕਸਡ ਟਾਈਮ ਕੰਸਨਟਰੇਟਸ ਆ, ਜਿਵੇਂ ਅਸੀਂ ਉੱਪਰ ਵੀ ਰੀਡ ਕੀਤਾ ਵਾ ਕਿ ਇਹਦੇ ਵਿੱਚ ਜਿਹੜਾ ਟਾਈਮ ਆ ਉਹ ਫਿਕਸਡ ਆ। ਅਗਰ ਜਿਹੜਾ ਇਹਦੇ ਵਿੱਚ ਟਾਈਮ ਜਿਹੜਾ ਉਹ ਫਿਕਸਡ ਹੋ ਕੇ ਨਹੀਂ ਚੱਲਦਾ ਦੈਨ ਕੀ ਆ ਜਿਹੜਾ ਸਿਸਟਮ ਆ ਉਹ ਕੀ ਹੋ ਸਕਦਾ ਵਾ, ਫੇਲ ਹੋ ਸਕਦਾ ਵਾ। For example, scientific experiments, medical imaging systems, industrial control system, weapon system, robot, air traffic control system, ਮਤਲਬ ਜਿੰਨੇ ਵੀ ਇਹ ਉਹਨਾਂ ਨੇ ਐਗਜ਼ਾਮਪਲਸ ਦਿੱਤੀਆਂ। ਹੁਣ ਕੋਈ ਵੀ ਸਾਇੰਟੀਫਿਕ ਐਕਸਪੈਰੀਮੈਂਟ ਵੀ ਕੀਤਾ ਜਾਂਦਾ ਜਾਂ ਕੋਈ ਮੈਡੀਕਲ ਦੇ ਰਿਲੇਟਡ ਕੋਈ ਵੀ ਮਤਲਬ ਜਿਹੜੇ ਇਮੈਜਨਿੰਗ ਸਿਸਟਮ ਚਲਾਏ ਜਾਂਦੇ ਆ, ਇਹਨਾਂ ਮਤਲਬ ਇਹਨਾਂ ਦੇ ਵਿੱਚ ਵੀ ਕੀ ਆ ਕਿ ਇੱਕ ਫਿਕਸਡ ਟਾਈਮ ਹੋ ਕੇ ਚੱਲਦਾ ਵਾ। ਅਗਰ ਕੋਈ ਵੀ ਜਿਹੜਾ ਸਾਇੰਟੀਫਿਕ ਐਕਸਪੈਰੀਮੈਂਟ ਆ ਉਹ ਟਾਈਮ ਤੋਂ ਅਪ ਹੋ ਕੇ ਮਤਲਬ ਉਹ ਐਗਜ਼ੀਕਿਊਟ ਹੋਏਗਾ ਤਾਂ ਉਹਦਾ ਕੋਈ ਫਾਇਦਾ ਨਹੀਂ ਆ। ਸੋ ਜਿਹੜਾ ਰੀਅਲ ਟਾਈਮ ਸਿਸਟਮ ਆ ਆਪਰੇਟਿੰਗ ਸਿਸਟਮ ਆ ਇਹਦੇ ਵਿੱਚ ਕੀ ਆ ਇੱਕ ਟਾਈਮ ਜਿਹੜਾ ਵਾ ਉਹ ਕਿਸੇ ਵੀ ਇੰਟਰਵਲ ਦਾ ਕੀ ਹੋ ਕੇ ਚੱਲਦਾ ਵਾ, ਫਿਕਸਡ ਹੋ ਕੇ ਚੱਲਦਾ ਵਾ। Then next topic is difference between DOS and Windows operating system। Disk operating system abbreviated as DOS, ਕਿ ਮਤਲਬ DOS ਜਿਹੜੀ ਆ ਉਹਦੀ ਫੁੱਲ ਫਾਰਮ ਹੈਗੀ ਆ ਡਿਸਕ ਆਪਰੇਟਿੰਗ ਸਿਸਟਮ, is a product of Microsoft Corporation released in 1981। ਕਿ ਜਿਹੜਾ DOS ਆ ਮਤਲਬ ਡਿਸਕ ਆਪਰੇਟਿੰਗ ਸਿਸਟਮ ਆ ਕਿਹਦੇ ਦੁਆਰਾ ਬਣਾਇਆ ਗਿਆ ਵਾ, ਮਾਈਕਰੋਸੋਫਟ ਕਾਰਪੋਰੇਸ਼ਨ ਵੱਲੋਂ। ਕਦੋਂ, in 1981। and it comes as part and parcel with Microsoft Windows operating system। ਮਤਲਬ ਕੀ ਆ ਇੱਕ ਪਾਰਟ ਬਣਿਆ ਵਾ ਇਹ ਕਿਹਦਾ, ਮਾਈਕਰੋਸੋਫਟ ਵਿੰਡੋਜ਼ ਆਪਰੇਟਿੰਗ ਸਿਸਟਮ ਦਾ। to get to DOS prompt and give commands for performing tasks on files and directories। ਕਿ DOS prompt ਆ ਮਤਲਬ ਜਿਹੜੀ DOS ਦੀ ਸਾਡੇ ਕੋਲ ਸਕਰੀਨ ਚੱਲਦੀ ਆ ਜਦੋਂ ਅਸੀਂ ਡਿਸਕ ਆਪਰੇਟਿੰਗ ਸਿਸਟਮ ਮਤਲਬ MS DOS ਜਿਹੜਾ ਉਹਨੂੰ ਚਲਾਉਂਦੇ ਆ, ਤਾਂ ਜਿਹੜੀਆਂ ਕਮਾਂਡਸ ਆ ਉਹ ਇਹਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਵਾ ਕਿਸੇ ਵੀ ਮਤਲਬ ਟਾਸਕ ਨੂੰ ਪਰਫੋਰਮ ਕਰਨ ਦੇ ਲਈ, ਚਾਹੇ ਉਹ ਫਾਈਲਸ 'ਤੇ ਕਰਨੀਆਂ ਹੋਣ ਚਾਹੇ ਡਾਇਰੈਕਟਰੀਜ਼ 'ਤੇ। ਜਿਵੇਂ ਉਹ ਕਹਿੰਦਾ ਕਿ ਕਲਿੱਕ ਸਟਾਰਟ ਅਤੇ ਰਨ ਐਂਡ ਟਾਈਪ ਕਮਾਂਡ ਔਰ CMD ਮਤਲਬ ਕਮਾਂਡ ਛੋਟੀ ਉਹਦੀ ਫੁੱਲ ਸ਼ਾਰਟ ਫਾਰਮ ਹੈ, ਐਂਡ ਪ੍ਰੈਸ ਐਂਟਰ। Then Windows is a series of most popular operating system developed by Microsoft for use on personal computers। ਹੁਣ ਜਿਹੜਾ ਵਿੰਡੋਜ਼ ਆ ਉਹ ਵੀ ਕੀ ਆ ਇੱਕ ਸੀਰੀਜ਼ ਆਫ
ਮੋਸਟ ਪੋਪੂਲਰ ਆਪਰੇਟਿੰਗ ਸਿਸਟਮ ਕਿ ਇੱਕ ਆਪਰੇਟਿੰਗ ਸਿਸਟਮਸ ਨੇ ਜਿਹੜੇ ਕਿਹਦੇ ਦੁਆਰਾ ਡਿਵੈਲਪਡ ਕੀਤੇ ਗਏ ਨੇ ਮਾਈਕਰੋਸੋਫਟ ਦੇ ਦੁਆਰਾ ਫॉर ਯੂਜ਼ ਔਨ ਪਰਸਨਲ ਕੰਪਿਊਟਰਸ ਕਿ ਜਿੰਨੇ ਵੀ ਮਤਲਬ ਆਪਣੇ ਕੰਪਿਊਟਰਸ ਨੇ ਉਹਨਾਂ 'ਤੇ ਯੂਜ਼ ਕਰਨ ਦੇ ਲਈ ਫਸਟ ਐਡੀਸ਼ਨ ਆਫ ਵਿੰਡੋਜ਼ ਦੈਟ ਰਨਸ ਔਨ MS-DOS 5.0 ਵਰਜ਼ਨ ਵਾਜ਼ ਰਿਲੀਜ਼ਡ ਇਨ 1985 ਕਿ ਜਿਹੜੀ ਵਿੰਡੋਜ਼ ਦੀ ਮਤਲਬ ਫਸਟ ਐਡੀਸ਼ਨ ਸੀਗੀ ਉਹਨੂੰ ਕਾਹਦੇ 'ਤੇ ਰਨਸ ਕੀਤਾ ਗਿਆ ਸੀ ਚਲਾਇਆ ਗਿਆ ਸੀ ਐਗਜ਼ੀਕਿਊਟ ਕੀਤਾ ਗਿਆ MS-DOS ਕਿਹੜੇ ਵਰਜ਼ਨ 'ਤੇ 5.0 'ਤੇ ਕਦੋਂ ਰਿਲੀਜ਼ਡ ਕੀਤੀ ਗਈ ਸੀ 1985 ਦੇ ਵਿੱਚ ਐਜ਼ ਅ 16 ਬਿਟ ਆਪਰੇਟਿੰਗ ਸਿਸਟਮ ਕਿ ਜਿਹੜੀ ਉਹਦੀ ਕਪੈਸਿਟੀ ਸੀ ਮਤਲਬ ਜਿਹੜੀ 16 ਬਿਟ ਆਪਰੇਟਿੰਗ ਸਿਸਟਮ ਸੀ of all the editions of Windows OS released by Microsoft corporations from 1985 till date, the popular ones include Windows 98, Windows 2000 Professionals, Windows XP, Windows Vista and Windows 7, Windows 8, Windows 10. Coming to differences here and 5 basic ones that differentiate DOS and Windows. ਕੀ ਆ ਕਿ ਜਿੰਨੇ ਵੀ ਮਤਲਬ ਮਾਈਕਰੋਸੋਫਟ ਕਾਰਪੋਰੇਸ਼ਨਸ ਦੇ ਵੱਲੋਂ ਜਿਹੜੇ ਆਪਰੇਟਿੰਗ ਸਿਸਟਮਸ ਨੇ ਵਿੰਡੋਜ਼ ਨੇ ਉਹ ਮਤਲਬ ਡਿਵੈਲਪ ਕੀਤੀਆਂ ਗਈਆਂ ਉਹਨਾਂ ਦੇ ਨੇਮ ਨੇ ਕਿ ਵਿੰਡੋਜ਼ 98 ਹੈ ਵਿੰਡੋ 2000 ਪ੍ਰੋਫੈਸ਼ਨਲ ਹੈ ਵਿੰਡੋ XP ਹੈ ਵਿੰਡੋ ਵਿਸਤਾ ਵਾ ਮਤਲਬ ਇਹ ਵੱਖੋ ਵੱਖਰੀਆਂ ਜਦੋਂ ਵੀ ਮਤਲਬ ਨਿਊ ਵਰਜ਼ਨ ਆਉਂਦਾ ਤਾਂ ਉਹਦੀਆਂ ਜਿਹੜੀਆਂ ਫੀਚਰਸ ਨੇ ਉਹ ਕੁਛ ਚੇਂਜ ਹੋ ਜਾਂਦੀਆਂ ਵਾ ਦੈਨ ਹੈ ਸਾਡੇ ਕੋਲ 5 ਡਿਫਰੈਂਸਿਸ ਬਿਟਵੀਨ DOS ਐਂਡ ਵਿੰਡੋਜ਼ ਕਿ ਡਿਸਕ ਆਪਰੇਟਿੰਗ ਸਿਸਟਮ ਅਤੇ ਵਿੰਡੋਜ਼ ਦੇ ਵਿੱਚ ਜਿਹੜੇ ਡਿਫਰੈਂਸ ਨੇ ਫਸਟ ਹੈ ਸਿੰਗਲ ਯੂਜ਼ਰ ਅਤੇ ਵਿੰਡੋਜ਼ ਕੀ ਆ ਮਲਟੀ ਯੂਜ਼ਰ DOS ਆਪਰੇਟਿੰਗ ਸਿਸਟਮ ਨੂੰ ਕੀ ਆ ਕਿ ਮਤਲਬ ਇੱਕ ਸਿੰਗਲ ਯੂਜ਼ਰ ਆ ਇਹਨੂੰ ਇੱਕ ਟਾਈਮ 'ਤੇ ਮਤਲਬ ਇੱਕ ਸਿੰਗਲ ਯੂਜ਼ਰ ਹੀ ਯੂਜ਼ ਕਰ ਸਕਦਾ ਪਰ ਜਿਹੜੀ ਵਿੰਡੋਜ਼ ਆ ਇਹਦੇ 'ਤੇ ਕੀ ਆ ਜਿਹੜੇ ਮਲਟੀ ਯੂਜ਼ਰ ਜਿਹੜੇ ਆ ਉਹ ਕੰਮ ਪਰਫੋਰਮ ਕਰ ਸਕਦੇ ਆ ਦੈਨ DOS ਸਿੰਗਲ ਟਾਸਕਿੰਗ ਕਿ ਉਹ ਸਿੰਗਲ ਯੂਜ਼ਰ ਆ ਅਤੇ ਸਿੰਗਲ ਹੀ ਟਾਸਕ ਪਰਫੋਰਮ ਕਰਦੀ ਆ ਬਟ ਵਿੰਡੋਜ਼ ਕੀ ਆ ਮਲਟੀ ਯੂਜ਼ਰ ਆ ਅਤੇ ਮਲਟੀ ਜਿਹੜੇ ਟਾਸਕਿੰਗ ਆ ਇੱਕ ਟਾਈਮ 'ਤੇ ਪਰਫੋਰਮ ਕਰਦੀ ਆ ਦੈਨ ਨੋਟ ਟਾਈਮ ਸ਼ੇਅਰਿੰਗ ਮਤਲਬ ਇਹਦੇ ਵਿੱਚ DOS ਦੇ ਵਿੱਚ ਕੀ ਆ ਕਿ ਜਿੱਦਾਂ ਅਸੀਂ ਆਪਰੇਟਿੰਗ ਸਿਸਟਮ ਪਿੱਛੇ ਪੜ੍ਹ ਕੇ ਗਏ ਹਾਂ ਕਿ ਜਿਹੜੀ ਟਾਈਮ ਸ਼ੇਅਰਿੰਗ ਦੀ ਵੀ ਮਤਲਬ ਫੀਚਰ ਹੈਗੀ ਆ ਬਟ DOS ਦੇ ਵਿੱਚ ਜਿਹੜਾ ਟਾਈਮ ਸ਼ੇਅਰਿੰਗ ਨਹੀਂ ਹੈ ਤਾਂ ਵਿੰਡੋਜ਼ ਦੇ ਵਿੱਚ ਕੀ ਆ ਟਾਈਮ ਸ਼ੇਅਰਿੰਗ ਮਤਲਬ ਇੱਕ ਦੂਸਰੇ ਦੇ ਨਾਲ ਜਿਹੜੇ ਆਪਰੇਸ਼ਨਸ ਜਦੋਂ ਪਰਫੋਰਮ ਕਰਦੇ ਆ ਤਾਂ ਜਿਹੜਾ ਟਾਈਮ ਆ ਉਹ ਸ਼ੇਅਰ ਕਰ ਸਕਦੇ ਆ ਇਨਪੁੱਟ ਡਿਵਾਈਸ ਕੀਬੋਰਡ ਕਿ ਜਦੋਂ ਵੀ ਅਸੀਂ DOS ਚਲਾਉਂਦੇ ਆ ਤਾਂ ਸਿਰਫ ਇਨਪੁੱਟ ਡਿਵਾਈਸ ਕਿਹਦੇ ਦੁਆਰਾ ਦਿੱਤੀ ਜਾਂਦੀ ਆ ਮਤਲਬ ਇਨਪੁੱਟ ਜਿਹੜੀ ਕਾਹਦੇ ਦੁਆਰਾ ਦਿੱਤੀ ਜਾਂਦੀ ਜਸਟ ਆ ਕੀਬੋਰਡ ਦੇ ਦੁਆਰਾ ਜਾਂ ਅਸੀਂ ਕਹੀਏ ਕਿ ਜਿਹੜੀ ਇਨਪੁੱਟ ਡਿਵਾਈਸ ਵਰਤੀ ਜਾਂਦੀ ਉਹ ਕਿਹੜੀ ਆ ਕੀਬੋਰਡ ਪਰ ਵਿੰਡੋਜ਼ ਦੇ ਵਿੱਚ ਕੀ ਆ ਕਿ ਸਟੈਂਡਰਡ ਇਨਪੁੱਟ ਡਿਵਾਈਸਿਸ ਆਰ ਕੀਬੋਰਡ ਐਂਡ ਮਾਊਸ ਕਿ ਕੀਬੋਰਡ ਅਤੇ ਮਾਊਸ ਜਿਹੜੀਆਂ ਦੋਨੋਂ ਹੀ ਡਿਵਾਈਸਿਸ ਆ ਉਹ ਯੂਜ਼ ਕੀਤੀਆਂ ਜਾਂਦੀਆਂ ਦੈਨ ਅਤੇ ਲਾਸਟ ਹੈ ਡਿਸਕ ਆਪਰੇਟਿੰਗ ਸਿਸਟਮ ਕੀ ਆ ਇੱਕ ਕਰੈਕਟਰ ਯੂਜ਼ਰ ਇੰਟਰਫੇਸ ਆ ਕਿ CUI ਮਤਲਬ ਕਿ ਜਿੰਨੀ ਵੀ ਯੂਜ਼ਰ ਦੇ ਨਾਲ ਇੰਟਰਫੇਸ ਹੁੰਦੀ ਆ ਉਹ ਕਰੈਕਟਰਸ ਦੇ ਥਰੂ ਹੀ ਹੁੰਦੀ ਆ ਮਤਲਬ ਕੋਈ ਵੀ ਜਿਹੜੀ ਇਹਦੇ ਵਿੱਚ ਇਮੇਜ ਆ ਉਹ ਸ਼ੋ ਨਹੀਂ ਹੁੰਦੀ ਬਟ ਜਿਹੜੀ ਵਿੰਡੋਜ਼ ਆ ਇਹ ਕੀ ਆ ਗ੍ਰਾਫਿਕਲ ਯੂਜ਼ਰ ਇੰਟਰਫੇਸ ਜਿਹਦੀ ਸ਼ਾਰਟ ਫਾਰਮ ਹੈਗੀ GUI ਗ੍ਰਾਫਿਕਲ ਯੂਜ਼ਰ ਇੰਟਰਫੇਸ ਕੀ ਕਹਿ ਸਕਦੇ ਅਸੀਂ ਕਿ ਜਦੋਂ ਵੀ ਮਤਲਬ ਹੁਣ ਜਿੱਦਾਂ ਅਸੀਂ ਫੋਰ ਐਗਜ਼ਾਮਪਲ ਮੋਬਾਈਲ 'ਤੇ ਅਸੀਂ ਕੋਈ ਵੀ ਜਿਹੜਾ ਐਪ ਖੋਲ੍ਹਦੇ ਹਾਂ ਤਾਂ ਉਹਦੇ ਵਰਗੀ ਜਿਹੜੀ ਉਹਦੀ ਪਿਕ ਆ ਮਤਲਬ ਉਹ ਸਾਨੂੰ ਸ਼ੋ ਹੁੰਦੀ ਆ ਤਾਂ ਉਹ ਤੋਂ ਮਤਲਬ ਸਾਨੂੰ ਆਈਡੀਆ ਲੱਗ ਜਾਂਦਾ ਵੀ ਇਹ ਕੀ ਚੀਜ਼ ਆ ਦੈਨ ਇਸੇ ਤਰ੍ਹਾਂ ਕਿ ਜਿਹੜੀ ਵਿੰਡੋਜ਼ ਆ ਇਹਦੇ ਵਿੱਚ ਕੀ ਆ ਗ੍ਰਾਫਿਕਲੀ ਕਿ ਕੋਈ ਵੀ ਜਿਹੜਾ ਐਪ ਆ ਉਹਦੀ ਗ੍ਰਾਫਿਕਲੀ ਪਿਕਚਰ ਜਿਹੜੀ ਆ ਉਹ ਸ਼ੋ ਹੁੰਦੀ ਆ ਕਿ ਇਹ ਗ੍ਰਾਫਿਕਲੀ ਇੰਟਰਫੇਸ ਕਰਦਾ ਵਾ ਯੂਜ਼ਰ ਦੇ ਨਾਲ ਬਟ ਜਿਹੜਾ DOS ਆ ਉਹ ਕਰੈਕਟਰ ਵਾਈਜ਼ ਮਤਲਬ ਕਰੈਕਟਰ ਹੀ ਯੂਜ਼ ਕਰਦਾ ਵਾ ਯੂਜ਼ਰ ਦੇ ਨਾਲ ਇੰਟਰਫੇਸ ਕਰਨ ਦੇ ਲਈ ਥੈਂਕ ਯੂ ਮਾਈ ਆਲ ਡੀਅਰ ਸਟੂਡੈਂਟਸ